दर्शक देख रहे सारे दोस्तों मित्रों, वाहिगुरू जी का खालसा वाहिगुरू जी की फतेह। दोस्तों, समालसर ਦੇ ਵਿੱਚ ਇੱਕ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਯੂਨੀਅਨ ਏਕਤਾ ਗਰਾਹਾਂ ਵੱਲੋਂ ਧਰਨਾ ਲਗਾਇਆ ਗਿਆ ਹੈਗਾ ਤਹਿਸੀਲ ਦਫ਼ਤਰ ਦੇ ਮੂਹਰੇ, ਤੇ ਅੱਜ ਵਿਸ਼ੇਸ਼ ਤੌਰ ਤੇ MLA ਅਮਰਪਾਲ ਸਿੰਘ ਸੁਖਾਨੰਦ ਜੀ ਇੱਥੇ ਪਹੁੰਚੇ ਹੋਏ ਆ। ਉਹਨਾਂ ਦੇ ਵਿੱਚ ਬੈਠੇ ਹੈਗੇ ਆ, ਜਿਹੜੀਆਂ ਤਸਵੀਰਾਂ ਤੁਸੀਂ ਇਸ ਟਾਈਮ ਦੇਖ ਸਕਦੇ ਹੋ। ਕਿੱਥੇ ਅਮਰਪਾਲ ਸਿੰਘ ਬੈਠੇ ਆ ਤੇ ਸਾਰੀ ਕਿਸਾਨ ਯੂਨੀਅਨ ਦੇ ਆਗੂ ਬੈਠੇ ਆ, ਬੈਠੇ ਹੈਗੇ ਆ, ਤੇ ਇਹਨਾਂ ਨਾਲ ਗੱਲਬਾਤ ਕਰਾਂਗੇ। ਅੱਜ ਜਿਹੜੀ ਇਹਨਾਂ ਦੀ ਗੱਲਬਾਤ ਕਿਸ ਤਰ੍ਹਾਂ ਦੀ ਹੋਈ ਹੈ ਤੇ ਜਿਹੜਾ ਧਰਨਾ ਉਹ ਕਿਵੇਂ ਚੱਕਿਆ ਜਾਊਗਾ, ਉਹਦਾ ਕੀ ਹੱਲ ਹੋਊਗਾ, ਤੇ ਹੋਰ ਵੀ ਕੁਛ ਜਿਹੜੇ ਇੱਥੇ ਮਸਲੇ ਉਹਦੇ ਇਹਨਾਂ ਨੇ ਡਿਸਕਸ਼ਨ ਕੀਤੇ ਹੈਗੇ ਆ ਦੀ ਚਰਚਾ ਕੀਤੀ, ਉਹਦੇ ਸੰਬੰਧ ਗੱਲਬਾਤ ਕਰਾਂਗੇ। ਇਹਨਾਂ ਦੇ ਹਿਸਾਬ ਸਪੈਸ਼ਲ ਤੌਰ 'ਤੇ ਤੁਸੀਂ ਅੱਜ ਇੱਥੇ ਆਏ ਹੈਗੇ ਆ, ਤੁਹਾਡਾ ਕਿਸਾਨ ਆਗੂਆਂ ਨੇ ਆਪਣੀ ਸਾਂਝੀ ਕੀਤੀ ਹੈਗੀ ਹੈ, ਠੀਕ ਹੈ। ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ। ਦੂਜੀ ਗੱਲ ਇਹ ਹੈ ਮੈਂ ਪਹਿਲਾਂ ਕਹਿ ਗਿਆ ਸੀ ਮੈਂ ਸਪੈਸ਼ਲ ਤੌਰ 'ਤੇ ਨਹੀਂ ਆਇਆ ਕਿ ਮੈਂ ਤਾਂ ਤੇਰੇ ਰਜਿਸਟਰ 'ਚੋਂ ਆਇਆ, ਪਰ ਜਦੋਂ ਇਹਨਾਂ ਨੇ ਮੈਨੂੰ ਆਇਆ ਸਾਰੀ ਤਾਂ ਮੈਂ ਜਾ ਕੇ ਬਹਿ ਗਿਆ ਕਿਉਂਕਿ ਬੰਦੇ ਆ ਚੱਲ ਬਈ ਭਾਈ ਕਰ ਲਈ ਮੈਨੂੰ ਗਾਲਾਂ ਕੱਢੀਆਂ ਭਾਈ ਤੂੰ ਤਾਂ ਇੱਥੇ ਆਪਦਾ ਕੰਮ ਕਰਾਉਣਾ ਸੀ, ਇਹ ਕੰਮ ਨਹੀਂ ਆਇਆ ਨਾ। ਤਾਂ ਉਹਦੇ 'ਚ ਆਪਣੇ ਬਾਕੀ ਪੁਰਾਣੇ ਦਾ ਵੱਡਾ ਮੈਟਰ ਹੈ ਇਹਦੇ ਵਿੱਚ ਇੱਕ ਕਿਸਾਨ ਸੀਗਾ ਜਿਹਦਾ ਕੋਈ 82 ਲੱਖ ਰੁਪਏ ਦਾ ਵਿਆਜ ਤੋਂ ਵਿਆਜ ਲਾ ਕੇ ਗਾਹ ਦੇ ਨਾਲ ਵਧਾ ਕੇ ਉਹ ਪੈਸੇ ਕੀਤੇ ਗਏ। ਚਲੋ ਉਹਦੇ 'ਚ ਜਿਹਨੇ ਅਧਿਕਾਰੀਆਂ ਨੇ ਜਿਨ੍ਹਾਂ ਨੇ ਕਾਰਵਾਈ ਕਰਨੀ, ਬੰਦਿਆਂ ਨੇ ਸਹੀ ਕੀਤੀ, ਬੰਦਿਆਂ ਨੇ ਆਊਟ ਆਫ ਬੇਇੱਜ਼ਤੀ ਕੀਤੀ, ਗਲਤ ਕੀਤੀ। ਤਾਂ ਉਸ ਸੰਬੰਧ ਦੇ ਵਿੱਚ ਜਦੋਂ ਕੋਰਟ ਕੋਈ ਵੀ ਫੈਸਲਾ ਕਰਦਾ ਉਹ ਫੈਸਲਾ ਐਵੀਡੈਂਸ ਦੇ ਆਧਾਰ 'ਤੇ ਕਰਦਾ, ਜਿਹਦੇ ਵਿੱਚ ਜਦੋਂ ਤੁਸੀਂ ਕਿਸੇ ਕਿਸਾਨ ਦੀ ਫੁਰਤੀ ਕਰਨੀ ਆ, ਪਹਿਲਾਂ ਤਾਂ ਫੁਰਤੀ ਹੋਣੀ ਨਹੀਂ ਚਾਹੀਦੀ। ਉਸ ਤੋਂ ਬਾਅਦ ਜੇ ਬਹੁਤ ਹੀ ਜ਼ਿਆਦਾ ਕੋਈ ਮੈਟਰ ਆ ਜਾਂਦਾ ਉਹਦੇ ਵਿੱਚ ਉਹਦੀਆਂ ਕਈ ਗਾਈਡਲਾਈਨ ਹੁੰਦੀਆਂ, ਤੁਹਾਨੂੰ ਉਹਨਾਂ ਨੂੰ ਫੋਲੋ ਕਰਨਾ ਪੈਂਦਾ। ਤਾਂ ਜਿੱਥੋਂ ਤੱਕ ਸਾਨੂੰ ਇਹ ਲੱਗਿਆ, ਆਪਣੇ ਪ੍ਰਧਾਨ ਜੀ ਬੈਠੇ ਨੇ, ਇਹਨਾਂ ਸਾਰਿਆਂ ਨੇ ਵੀ ਦੱਸਿਆ, ਸਾਨੂੰ ਵੈਸੇ ਵੀ ਲੋਕ ਵੀ ਆਮ ਲੋਕਾਂ ਨੇ ਦੱਸਿਆ ਵੀ ਜਿਹੜਾ ਉਹ ਗਾਈਡਲਾਈਨ ਸੀ ਉਹ ਚੰਗੀ ਤਰ੍ਹਾਂ ਫੋਲੋ ਨਹੀਂ ਕੀਤੀ ਗਈ। ਉਹਦੇ ਵਿੱਚ ਇੱਕ ਤਾਂ ਇਹ ਹੁੰਦਾ ਵੀ ਜਦੋਂ ਤੁਸੀਂ ਨਿਲਾਮੀ ਕਰਦੇ ਹੋ ਤੁਹਾਨੂੰ ਪਹਿਲਾਂ ਹੁੱਕਾ ਦਵਾਉਣਾ ਪੈਂਦਾ, ਅਨਾਊਂਸਮੈਂਟ ਕਰਨੀ ਪੈਂਦੀ ਆ। ਪਰ ਜਿਹੜੀ ਉਹਦੀ ਨਿਲਾਮੀ ਸੀਗੀ ਜ਼ਮੀਨ ਦੀ ਸਰਕਾਰੀ ਤੌਰ 'ਤੇ, ਉਹ ਇੱਕ ਦੁਕਾਨ 'ਚ ਬਹਿ ਕੇ ਕੀਤੀ ਗਈ। ਮਤਲਬ ਇਹ ਮੈਨੂੰ ਮੇਰੇ ਧਿਆਨ 'ਚ ਨਹੀਂ ਕਰਨਾ। ਤਾਂ ਉਹ ਕਿਸਾਨ ਦੀ ਹੁਣ ਕੁਰਕੀ ਆਈ ਹੋਈ ਸੀਗੀ, ਪਿਛਲੇ ਤਹਿਸੀਲਦਾਰ ਸੀਗੇ ਜਿਹੜੇ ਉਹ ਜਾਂਦੇ ਜਾਂਦੇ, ਕਿਉਂਕਿ ਹਾਈ ਕੋਰਟ ਦੇ ਵਿੱਚ ਜਦੋਂ ਐਵੀਡੈਂਸ ਲੱਗਦੇ ਨੇ, ਹਾਈ ਕੋਰਟ ਨੇ ਫੈਸਲਾ ਕਰਨਾ ਹੁੰਦਾ ਐਵੀਡੈਂਸ ਦੇ ਆਧਾਰ 'ਤੇ। ਤਾਂ ਐਵੀਡੈਂਸ ਲੱਗੇ, ਚਾਹੇ ਸੱਚੇ ਲੱਗੇ ਚਾਹੇ ਝੂਠੇ ਲੱਗੇ, ਉਹ ਅਦਾਲਤ ਬਾਅਦ 'ਚ ਦੱਸੂਗੀ। ਤਾਂ ਉਸ ਦੇ ਆਧਾਰ 'ਤੇ ਕੋਰਟ ਨੇ ਉਹਨਾਂ ਨੂੰ ਮੰਨ ਲਿਆ, ਕੋਰਟ ਨੇ ਉਹਨਾਂ ਨੂੰ ਮੰਨ ਲਿਆ। ਤਾਂ ਇਸੇ ਕਰਕੇ ਅੱਜ ਅਸੀਂ ਇਹ ਜਥੇਬੰਦੀ ਆਪਣੇ ਧਰਨੇ 'ਤੇ ਬੈਠੇ ਆ। ਮੈਂ ਤਹਿਸੀਲਦਾਰ ਅੰਦਰ ਬੈਠੇ ਨੇ, ਮੈਂ ਉਹਨਾਂ ਨੂੰ ਜਦੋਂ ਮੈਨੂੰ ਪਤਾ ਲੱਗਿਆ ਸੀ ਪਰਸੋਂ ਵੀ ਮੈਨੂੰ ਪਰਿਵਾਰ ਦੀ ਉਹਨਾਂ ਦੀ ਕਾਲ ਆਈ ਤਾਂ ਜਦੋਂ ਪਤਾ ਲੱਗਿਆ ਵੀ ਧਰਨੇ 'ਤੇ ਬੈਠੇ, ਮੈਂ ਨਾਇਬ ਤਹਿਸੀਲਦਾਰ ਨੂੰ ਕਿਹਾ ਸੀ, ਮੈਂ ਕਿਹਾ ਤੁਸੀਂ ਜਾਓ, ਜਾ ਕੇ ਜਿਹੜਾ ਬੈਸਟ ਪੋਸੀਬਿਲਿਟੀਜ਼ ਕੀ ਬਣਦੀਆਂ ਨੇ, ਵੱਧ ਤੋਂ ਵੱਧ ਆਪਾਂ ਕੀ ਸਾਥ ਦੇ ਸਕਦੇ ਹਾਂ ਸੱਚ ਦਾ, ਵੀ ਆਪਾਂ ਉਵੇਂ ਕਰੀਏ। ਤਾਂ ਇਹਨਾਂ ਨੇ ਕਿਹਾ ਵੀ ਜਿਹੜੀਆਂ ਦੂਜੀ ਕੁਰਕੀ ਆਉਣੀ ਆ ਜਾਂ ਤੀਜੀ ਆਉਣੀ ਆ ਵੀ ਉਹਦੇ ਵਿੱਚ ਆਪਾਂ ਪ੍ਰਕਿਰਿਆ ਜਿਵੇਂ ਕੋਰਟ ਕਹਿੰਦਾ ਆਪਾਂ ਉਹਦਾ ਉਲੰਘਣ ਤਾਂ ਨਹੀਂ ਕਰ ਸਕਦੇ, ਪਰ ਇੱਕ ਤਰੀਕੇ ਨਾਲ ਕਰਾਂਗੇ ਜਿਹਦੇ ਨਾਲ ਸਾਰੇ ਸਹਿਮਤ ਹੋਣ, ਜਾਂ ਜੇ ਆਪਾਂ ਰੋਕ ਸਕਦੇ ਹੋ ਤਾਂ ਰੋਕ ਲਾਂਗੇ, ਵੀ ਸਹੀ ਐਵੀਡੈਂਸ ਲਾ ਕੇ ਰੁਕ ਵੀ ਜਾਂਦੀ ਹੁੰਦੀ ਹੈ ਤਾਂ ਰੋਕ ਲਾਂਗੇ। ਉਸ ਸੰਬੰਧ ਦੇ ਵਿੱਚ ਅੱਜ ਅਸੀਂ ਬੈਠੇ ਸੀਗੇ। ਕੁੱਲ ਮਿਲਾ ਕੇ ਜਿਹੜਾ ਫਾਈਨਲ ਗੱਲ ਉਹ ਇਹ ਆ ਵੀ ਕਿਸੇ ਵੀ ਕਿਸਾਨ ਦੀ ਕੁਰਕੀ ਨਹੀਂ ਹੋਣੀ ਚਾਹੀਦੀ ਜ਼ਮੀਨ। ਕਿਸਾਨ ਦੇ ਕੋਲ ਜੇ ਜ਼ਮੀਨ ਨਾ ਰਹੀ, ਦੁਕਾਨਦਾਰ ਕੋਲ ਜੇ ਦੁਕਾਨ ਹੀ ਨਾ ਰਹੀ, ਤਾਂ ਫਿਰ ਉਹ ਕਰੂਗਾ ਕੀ। ਬਾਕੀ ਕਾਨੂੰਨ ਬਾਕੀ ਸਾਰੀਆਂ ਚੀਜ਼ਾਂ ਉਦੋਂ ਬਾਅਦ 'ਚ ਆਉਂਦੀਆਂ ਨੇ, ਪਹਿਲਾਂ ਤਾਂ ਰੋਜੀ ਰੋਟੀ ਆਉਂਦੀ ਹੈ। ਤਾਂ ਇਸ ਸੰਬੰਧ ਦੇ ਵਿੱਚ ਅਸੀਂ ਬੈਠੇ ਸੀ। ਤਾਂ ਮੈਂ ਇਹਨਾਂ ਨੂੰ ਇਹੀ ਕਿਹਾ, ਤਹਿਸੀਲਦਾਰ ਸਾਹਿਬ ਨੂੰ ਵੀ ਮੈਂ ਕਿਹਾ, ਉਹ ਉਹਨਾਂ ਨੇ ਇੱਥੇ ਆ ਕੇ ਇਹਨਾਂ ਦੀ ਗੱਲ ਵੀ ਸੁਣੀ। ਜਿਹੜਾ ਪੁਰਾਣਾ ਕੋਈ ਅਧਿਕਾਰੀ ਜਿਹੜਾ ਗਲਤ ਕਰ ਗਿਆ, ਤਾਂ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਵੀ ਜਿੱਥੇ ਤੁਸੀਂ ਕਹੋਗੇ ਮੈਂ ਨਾਲ ਵੀ ਜਾਊਂਗਾ, ਜਿਵੇਂ ਤੁਸੀਂ ਕਹੋਗੇ ਉਵੇਂ ਨਾਲ ਜਾਊਂਗਾ। ਜਾਂ ਜੇ ਆਪਦੇ ਤੌਰ 'ਤੇ ਮੈਂ SDM ਸਾਹਿਬ ਨੂੰ ਕਹੂੰਗਾ ਵੀ ਜਿਹੜਾ ਪੂਰਾ ਜਿਹੜੇ ਕਾਨੂੰਨੀ ਪੱਖ ਸੀਗਾ ਵੀ ਉਹਦੇ ਵਿੱਚ ਕਿਤੇ ਨਾ ਕਿਤੇ ਕਮੀਆਂ ਰਹਿ ਗਈਆਂ, ਜਿਹਦੇ ਕਰਕੇ ਕੋਰਟ ਨੇ ਫੈਸਲਾ ਕੀਤਾ, ਤੁਸੀਂ ਉਹਨੂੰ ਚੰਗੀ ਤਰ੍ਹਾਂ ਦੁਬਾਰਾ ਵਾਚ ਕੇ ਜਿਹੜੀ ਇਹ ਕੋਰਟ ਦੇ ਵਿੱਚ ਦੁਬਾਰਾ ਚੀਜ਼ਾਂ ਜਾਂਦੀਆਂ ਨੇ, ਦੁਬਾਰਾ ਅਪੀਲਾਂ ਹੁੰਦੀਆਂ ਨੇ, ਉਹ ਅਪੀਲ ਦੇ ਵਿੱਚ ਤੁਸੀਂ ਦੱਸੋ ਵੀ ਇੱਦਾਂ ਕਰਕੇ ਗਲਤੀ ਹੋਈ ਆ। ਅਤੇ ਨਾਲ ਦੀ ਨਾਲ ਜਿਹੜੇ ਅਧਿਕਾਰੀਆਂ ਨੇ ਗਲਤੀ ਕੀਤੀ ਆ, ਜੇ ਗਲਤੀ ਕੀਤੀ ਆ ਤਾਂ ਉਹਨਾਂ 'ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ। ਉਹ ਕਾਨੂੰਨੀ ਕਾਰਵਾਈ ਕਰਾਉਣ ਦੇ ਵਿੱਚ ਅਸੀਂ ਜਥੇਬੰਦੀ ਦੇ ਨਾਲ ਖੜੇ ਹਾਂ, ਸਾਥ ਵੀ ਦੇਣਾ। ਇਹਨਾਂ ਸਾਹਿਬ ਮਤਲਬ ਬਹੁਤ ਮਸਲੇ ਇਹੋ ਜਿਹੇ ਹੈਗੇ। ਚਲੋ ਉਹ ਤਾਂ ਧਰਨੇ 'ਤੇ ਬਹਿ ਗਏ, ਇਹ ਮੌਕੇ 'ਤੇ ਆ ਕੇ ਜੋ ਵੀ ਕੋਰਟ ਦੀ ਕਾਰਵਾਈ ਸੀ ਉਹਦੇ ਖਿਲਾਫ ਹੈ ਇਸ ਤਰ੍ਹਾਂ ਸਾਰਾ, ਪਰ ਬੰਦੇ ਦਾ ਗਲਤ ਕਰ ਗਏ, ਬੰਦੇ ਗਲਤ ਕਰਕੇ ਫਿਰ ਚਲੇ ਗਏ। ਬੜਾ ਲੋਕਾਂ ਨਾਲ ਹੋਰ ਵੀ ਬੜੇ ਕੇਸ ਹੋਣਗੇ ਇਸ ਤਰ੍ਹਾਂ ਦੇ ਜਿਨ੍ਹਾਂ ਨਾਲ ਧੱਕਾ ਹੋਇਆ। ਕੀ ਉਹਨਾਂ ਲੋਕਾਂ ਦੇ ਉੱਤੇ ਹੁਣ ਜਿਵੇਂ ਤੁਹਾਡੀ ਸਰਕਾਰ ਆਈ ਵੀ ਲਗਾਤਾਰ ਜਿਹੜੇ ਕਰਪਟ ਲੋਕ ਸੀ ਉਹਨਾਂ ਨੂੰ ਖਿੱਚ ਵੀ ਰਹੇ ਹੈਗੇ ਆ, ਕਿ ਉਹਨਾਂ 'ਤੇ ਕਾਰਵਾਈ ਜਲਦੀ ਨਹੀਂ ਹੋ ਸਕਦੀ ਵੀ ਜਦੋਂ ਲੋਕਾਂ ਨੂੰ ਪਤਾ ਲੱਗ ਜਾਏ ਵੀ ਇਹ ਬੰਦੇ ਫਲਾਣੀ ਜਗ੍ਹਾ 'ਤੇ ਗਲਤ ਕਰਕੇ ਗਏ ਸੀ, ਇਸ ਕਰਕੇ ਕਾਰਵਾਈ ਉਹਨਾਂ ਦੀ? ਅਸਲ 'ਚ ਸਰਕਾਰ ਦੋ ਤਰ੍ਹਾਂ ਨਾਲ ਕੰਮ ਕਰਦੀ ਆ। ਇੱਕ ਤਾਂ ਹੁੰਦੇ ਆ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਆਪਾਂ ਉਹਨਾਂ ਨੂੰ ਫੜੀਏ, ਪਰ ਜੇ ਜਿਨ੍ਹਾਂ ਨੇ ਗਲਤੀ, ਅੱਜ ਮੈਂ ਕਿਸੇ ਮੰਤਰੀ ਨੂੰ, ਸਰਕਾਰ ਕਿਸੇ MLA ਨੂੰ ਜੇਲ੍ਹ 'ਚ ਬੰਦ ਕਰ ਦੇ,
ਉਹਦੇ ਨਾਲ ਡਿਵੈਲਪਮੈਂਟ ਤਾਂ ਨਹੀਂ ਹੋਣੀ, ਉਹਦੇ ਨਾਲ ਗਰਾਊਂਡ ਤਾਂ ਨਹੀਂ ਬਣਨੇ, ਤਾਂ ਸਾਨੂੰ ਦੋਵੇਂ ਪਾਸੇ ਕੰਮ ਕਰਨਾ ਪੈਂਦਾ। ਅਸੀਂ ਆਪਦਾ 50% ਧਿਆਨ ਦਿੰਦੇ ਹਾਂ ਵੀ ਜਿਹੜੇ ਪੁਰਾਣੇ ਚੋਰ ਸੀ ਉਹਨਾਂ ਨੂੰ ਫੜ ਕੇ ਅੰਦਰ ਕਰੀ ਜਾਈਏ, ਅਤੇ ਨਾਲ ਦੇ ਨਾਲ ਅਸੀਂ ਆਪਦਾ 50% ਧਿਆਨ ਇਹ ਵੀ ਦਿੰਦੇ ਹਾਂ ਵੀ ਆਪਾਂ ਇਕੱਲਾ ਪਿਛਲਾ ਹੀ ਨਾ ਖਿੱਚੀ ਜਾਈਏ, ਆਪਾਂ ਨਾਲ ਦੇ ਨਾਲ ਅੱਗੇ ਵੀ ਕੰਮ ਕਰੀ ਜਾਈਏ। ਤਾਂ ਉਸ ਤਹਿਤ ਜਿਹੜੀ ਮੇਨ ਗੱਲ ਇਹ ਆ ਵੀ ਕਰਪਸ਼ਨ ਹੋਈ ਆ ਬਹੁਤ ਜ਼ਿਆਦਾ, 100 ਕਰੋੜਾਂ ਤੋਂ ਲੈ ਕੇ 1000 ਕਰੋੜ 2500 ਕਰੋੜਾਂ ਤੱਕ ਕਰਪਸ਼ਨ ਹੋਈ ਆ। ਤਾਂ ਅਸੀਂ ਤਾਂ ਤੋਂ ਲੱਗੇ ਹੋਏ ਆ, ਮੰਤਰੀ ਕਈ ਅੰਦਰ ਕੀਤੇ ਨੇ, ਨਵਿਆਂ ਤੇ ਖੁੱਲ੍ਹਿਆਂ ਨੇ, ਅਫਸਰ ਅੰਦਰ ਕੀਤੇ ਨੇ। ਇੱਕ ਆਪਣੇ ਪੁਰਾਣੇ ਤੇ ਵੱਡੇ ਆਫੀਸਰ ਸੀ ਆਪਣੇ ਫਿਰੋਜ਼ਪੁਰ ਰੇਂਜ ਦੇ, ਉਹਨਾਂ ਤੇ ਪਰਚਾ ਹੋ ਗਿਆ, 5 ਜਣਿਆਂ ਤੇ ਪਰਚਾ ਹੋ ਗਿਆ, ਉਹਨਾਂ ਨੇ ਵੀ ਇਸੇ ਤਰ੍ਹਾਂ ਗਲਤੀਆਂ ਕੀਤੀਆਂ ਸੀ। ਹੁਣ ਕੱਲ੍ਹ ਦੀ ਇੱਕ ਹੋਰ ਖਬਰ ਆ ਰਹੀ ਹੈ, 2 IAS ਅਧਿਕਾਰੀ ਨੇ ਹੋਰ, ਉਹਨਾਂ ਨੇ ਵੀ ਗਲਤੀਆਂ ਕੀਤੀਆਂ ਸੀ। ਇਵੇਂ ਕਿਸੇ ਤੋਂ ਲੈ ਕੇ ਕੋਈ ਪੈਸੇ ਗਬਨ ਕਰਕੇ ਤਾਂ ਫੈਸਲਾ ਗਲਤ ਕਰਤਾ ਸੀ, ਉਹਦੇ ਨਾਲ ਪਰਿਵਾਰ ਨੂੰ ਬਹੁਤ ਨੁਕਸਾਨ ਹੋਇਆ ਸੀਗਾ। ਤਾਂ ਅਸੀਂ ਉਹ ਸਾਰਿਆਂ ਨੂੰ ਫੜੀ ਜਾਂਦੇ ਹਾਂ, ਬਟ ਇਹ ਆ ਵੀ ਜਦੋਂ 10 ਚੋਰ ਫੜ ਲਏ ਹੁੰਦੇ ਆ, ਅਸੀਂ ਉਹਨਾਂ 'ਚੋਂ ਇਹ ਦੇਖ ਲੈਂਦੇ ਵੀ ਵੱਡਾ ਚੋਰ ਕਿਹੜਾ, ਫਿਰ ਵੱਡਾ ਚੋਰ ਫੜ ਲੈਂਦੇ ਹਾਂ। ਕਈ ਵਾਰ ਉਹ 'ਚੋਂ ਛੋਟੇ ਚੋਰ ਦੀ ਵਾਰੀ ਬਾਅਦ 'ਚ ਆਉਂਦੀ ਆ, ਪਰ ਅਸੀਂ ਸਿਸਟਮ ਦਰੁਸਤ ਕਰਨ ਦੇ ਵਿੱਚ ਲੱਗੇ ਹਾਂ। ਜਿਵੇਂ ਆਪਣੇ ਵੀ ਪਹਿਲਾਂ ਤਹਿਸੀਲ ਦੇ ਵਿੱਚ ਕੰਪਲੇਂਟ ਆਈਆਂ ਸੀਗੀਆਂ, ਬਾਗੇ ਪੁਰਾਣੇ ਤਹਿਸੀਲ ਦੇ ਵਿੱਚ ਕੰਪਲੇਂਟ ਆਈਆਂ ਸੀ, ਕਿ ਜਥੇਬੰਦੀ ਵਾਲੇ ਬੰਦੇ ਮੈਨੂੰ ਬਹੁਤ ਵਾਰ ਮਿਲੇ, ਇਹਨਾਂ ਨੇ ਦੱਸਿਆ ਵੀ ਅਜੇ ਵੀ ਖੱਜਲ ਖੁਆਰੀ ਹੁੰਦੀ ਆ, ਵੀ ਹਾਂ ਫਰਕ ਉਹਨਾਂ ਨਹੀਂ ਪਿਆ ਜਿੰਨਾ ਅਸੀਂ ਸੋਚਦੇ ਸੀ ਜਾਂ ਜਿੰਨਾ ਪੈਣਾ ਚਾਹੀਦਾ ਸੀ। ਤਾਂ ਫਿਰ ਅਸੀਂ ਅਧਿਕਾਰੀਆਂ ਨੂੰ ਬਦਲਿਆ ਵੀ ਲਗਭਗ ਦੋਵੇਂ ਨਾਇਬ ਤਹਿਸੀਲਦਾਰ ਅਤੇ ਤਹਿਸੀਲਦਾਰ ਅਸੀਂ ਤਿੰਨੇ ਬਦਲਦੇ ਆ, ਕਿਉਂਕਿ ਆਪਾਂ ਨੂੰ ਸਭ ਤੋਂ ਵੱਧ ਕੰਮ ਪੈਂਦਾ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਨਾਲ, ਕਿਸਾਨਾਂ ਨੂੰ ਨਾਲ, ਪਟਵਾਰੀਆਂ ਨਾਲ ਕਨਗੋਆਂ ਨਾਲ। ਤਾਂ ਉਹ ਅਸੀਂ ਬਦਲਦੇ ਆ, ਹੁਣ ਨਵੇਂ ਲਿਆਂਦੇ ਨੇ। ਹੁਣ ਜੇ ਇਹ ਕੰਮ ਨਾ ਕਰਨਗੇ ਤਾਂ ਇਹਨਾਂ ਨੂੰ ਬਦਲਾਂਗੇ, ਪਰ ਹੁਣ ਅਸੀਂ ਇਹ ਸੋਚ ਲਿਆ ਵੀ ਕਿੰਨੇ ਕੁ ਬਦਲੀ ਜਾਵਾਂਗੇ, ਕਿਉਂਕਿ ਇੱਕ ਚੋਰ ਕੱਢਦੇ ਹਾਂ, ਦੂਜਾ ਜਿਹੜਾ ਆਉਂਦਾ ਉਹ 5 ਮਹੀਨੇ ਠੀਕ ਰਹਿੰਦਾ, ਉਹ ਫਿਰ ਚੋਰ ਬਣ ਜਾਂਦਾ। ਤਾਂ ਹੁਣ ਅਸੀਂ ਫੈਸਲਾ ਇਹ ਕੀਤਾ ਵੀ ਮੈਂ ਤਾਂ ਕਹਿ ਦੇਣਾ ਅਧਿਕਾਰੀਆਂ ਨੂੰ ਵੀ ਭਰਾਵੋ ਬਦਲੀ ਨਹੀਂ ਤੁਹਾਡੀ ਕਰਾਉਣੀ, ਰੱਖਣਾ ਵੀ ਇੱਥੇ ਆ, ਕੰਮ ਵੀ ਕਰਾਉਣਾ ਤੁਹਾਡੇ ਤੋਂ। ਜੇ ਤੁਸੀਂ ਪੈਸੇ ਲਓਗੇ ਤੁਹਾਨੂੰ ਸਸਪੈਂਡ ਵੀ ਇੱਥੇ ਕਰਾਉਣਾ। ਪਹਿਲਾਂ ਅਸੀਂ ਬਦਲੀ ਯਕੀਨ ਕਰਦੇ ਸੀ, ਮੈਂ ਵੀ 6 ਮਹੀਨੇ ਮੇਰੇ ਬਦਲੀਆਂ 'ਚ ਹੀ ਲੰਘ ਗਏ ਵੀ ਇੱਥੋਂ ਭਜਾਤਾ, ਜਿਹੜਾ ਅਗਲਾ ਆਉਂਦਾ ਉਹ ਚੋਰ ਆਉਂਦਾ, ਜਿਹੜਾ ਮੈਂ ਭੇਜਦਾ ਉਹ ਗਾਂਹ ਜਾ ਕੇ ਫਿਰ ਚੋਰੀਆਂ ਕਰਨ ਲੱਗ ਜਾਂਦਾ। ਉਹਦੀ ਤਾਂ ਥਾਂ ਬਦਲ ਜਾਂਦੀ ਹੈ ਨਾ। ਤਾਂ ਇਸ ਤਰੀਕੇ ਦੇ ਨਾਲ ਜਿਹੜੇ ਕਰਮਚਾਰੀ ਨੇ, ਜਿਹੜੇ ਅਧਿਕਾਰੀ ਨੇ, ਜਿਹੜੇ ਵੀ ਕੁਝ ਗਲਤ ਕਰਦੇ ਆ ਤਾਂ ਉਹਨਾਂ ਦੇ ਵਿਰੁੱਧ ਅਸੀਂ ਕਾਰਵਾਈ ਵੀ ਕਰਾਂਗੇ, ਜਿਵੇਂ ਜਿਹਦੀ ਵਾਰੀ ਆਈ ਗਈ ਉਹਨਾਂ 'ਤੇ ਬਣਦੀ ਕਾਰਵਾਈ ਕਰਾਂਗੇ। ਢਾਬੇ ਦਾ ਮਸਲਾ ਉਠਾਇਆ ਉਹਨਾਂ ਨੇ, ਚਲੋ ਆਫਲਾਈਨ ਸੁਣ ਰਿਹਾ ਸਾਰੀ ਕੁਛ, ਤੇ ਇਹਦਾ ਮਸਲਾ ਤੁਸੀਂ ਕਿਵੇਂ ਹੱਲ ਕਰ ਰਹੇ ਹੋ? ਕਿਉਂਕਿ ਜਿਹੜੇ ਉਹ ਪੀੜਤ ਵੀ ਤੁਰੇ ਫਿਰਦੇ ਉਹ ਕਹਿੰਦੇ ਜੀ ਸਾਡਾ ਅਸੀਂ ਪੈਸਾ ਲਾਤਾ, ਪਿਛਲੇ ਦਿਨ ਉਹਨਾਂ ਨੇ ਐਕਸਪ੍ਰੈਸ ਮੀਟਿੰਗ ਵੀ ਕੀਤੀ ਹੈਗੀ ਹੈ, ਤੇ ਰੌਲਾ ਉਹ ਕਹਿੰਦੇ ਮੀਆਂ ਬੀਬੀ ਦਾ, ਤੇ ਖਾਸ ਅਸੀਂ ਗਏ, ਉਹਨਾਂ ਬਾਰੇ ਕੀ ਕਹੋਗੇ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸ ਦਿਆਂ ਵੀ ਜਿਹੜਾ ਉਹ ਰੌਲਾ, ਉਹਦੇ ਵਿੱਚ ਇੱਕ ਤਾਂ ਸਾਰਾ ਸਮਾਜ ਸਰ, ਲਗਭਗ ਸਾਰੀਆਂ ਜਥੇਬੰਦੀਆਂ, ਸਾਡੀ ਪਹਿਲਾਂ ਵੀ ਗੱਲ ਹੋਈ, ਮੈਂ ਵੀ, ਸਾਨੂੰ ਇਹ ਪਤਾ ਵੀ ਉਹ ਜਿਹੜੀ ਕੁੜੀ ਆ ਉਹ 200% ਸਹੀ ਆ, ਅਤੇ ਜਿਹੜਾ ਰਵੀ ਸ਼ਰਮਾ ਉਹ 200% ਗਲਤ ਆ। ਇਹਦੇ 'ਚ ਕੋਈ ਵੀ ਬੰਦਾ ਕਿਸੇ ਨੂੰ ਇਹ 'ਚ ਦਿਚੱਤੀ ਹੈ ਨਹੀਂ। ਉਹਦੀ ਪ੍ਰੋਪਰਟੀ ਆ, ਉਹਦਾ ਢਾਬਾ ਢਾਬੇ ਜਦੋਂ ਤੁਸੀਂ ਕੁੜੀ ਵਿਆਹ ਕੇ ਆਉਣਾ ਉਹਦਾ ਵੀ ਹਿੱਸਾ ਹੋ ਜਾਂਦਾ, ਜ਼ਮੀਨ 'ਚ ਵੀ ਹੋ ਜਾਂਦਾ, ਸਾਰੀਆਂ ਚੀਜ਼ਾਂ 'ਚ ਹੋ ਜਾਂਦਾ। ਲਗਭਗ 15 ਸਾਲ ਹੋ ਗਏ। 15 ਸਾਲਾਂ ਦੇ ਵਿੱਚ ਇੱਕ ਵਾਰ ਉਹ ਬੰਦਾ ਗੋਲੀ ਚਲਾ ਹਟਿਆ, ਇੱਕ ਵਾਰ ਉਹਨੇ ਕੁੜੀ ਦਾ ਗਲ ਘੁੱਟਤਾ। ਆ ਪਿਛਲੇ ਥੋੜ੍ਹੇ ਮਹੀਨੇ ਪਹਿਲਾਂ ਉਹਨੇ ਬੱਚਿਆਂ ਨੂੰ ਕੁੜੀ ਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਆ। ਨਾਲ ਉਹ ਬੰਦਾ ਕਾਨੂੰਨੀ ਤੌਰ 'ਤੇ ਗਲਤ ਹੋ ਕੇ ਨਵੇਂ ਥਾਂ ਵਿਆਹ ਕਰਾਈ ਬੈਠਾ। ਮੈਂ ਸੁਣਿਆ ਕਹਿੰਦੇ ਉਹਦਾ ਵੀ ਬੱਚਾ, ਉਹ ਇਸ ਕੁੜੀ ਵੱਲੋਂ, ਜਿਹੜੀ ਪਹਿਲੇ ਵਿਆਹ ਦੀ ਕੁੜੀ ਆ, ਇਹਦੇ ਵੱਲੋਂ ਉਹਨੂੰ ਉੱਪਰ ਵੀ ਫੜਿਆ ਗਿਆ ਰੰਗੇ ਹੱਥੀਂ, ਇੱਕ ਦੋ ਵਾਰ ਹੋਟਲਾਂ 'ਚ ਫੜਿਆ ਗਿਆ, ਉਹਦੀ ਵੀਡੀਓ ਵੀ ਆਈ ਆ, ਉਹ 'ਤੇ ਕਾਨੂੰਨੀ ਕਾਰਵਾਈਆਂ ਵੀ ਚੱਲਦੀਆਂ ਨੇ। ਪਰ ਇੱਥੇ ਆਮ ਬੰਦਾ ਇਸ ਕਰਕੇ ਫਸ ਜਾਂਦਾ, ਜਦੋਂ ਕਿਸੇ ਚੀਜ਼ ਦਾ ਰੌਲਾ, ਜਦੋਂ ਆਪਾਂ ਉਹ ਚੀਜ਼ ਲੈ ਲੈਂਦੇ ਹਾਂ, ਰੌਲੇ ਵਾਲੀ ਲੈ ਲੈਂਦੇ ਹਾਂ, ਫਿਰ ਉਹਦੇ ਵਿੱਚ ਸਾਹਮਣੇ ਵਾਲਾ ਬੰਦਾ ਤਾਂ ਨਹੀਂ ਪਿੱਛੇ ਹਟ ਸਕਦਾ ਹੁੰਦਾ, ਕਿਉਂਕਿ ਉਹ ਆਪਦੇ ਕਾਨੂੰਨੀ ਹੱਕ ਲਈ ਲੜ ਰਿਹਾ। ਅਤੇ ਜਿਹੜੇ ਬੰਦੇ ਨੇ ਚੀਜ਼ ਵੇਚੀ ਆ, ਸਾਨੂੰ ਇਹ ਲੱਗਦਾ ਹੁੰਦਾ ਉਹਦੀ ਗਲਤੀ ਆ। ਪਿਛਲੇ ਦਿਨ ਢਾਬੇ ਵਾਲੇ ਬੰਦੇ ਮੇਰੇ ਕੋਲ ਆਏ ਸੀ, ਮੈਂ ਉਹਨਾਂ ਨੂੰ ਕਿਹਾ ਸੀ, ਮੈਂ ਕਿਹਾ ਯਾਰ ਤੁਸੀਂ ਤਾਂ ਸਮਾਨ ਸਰਦੇ ਹੋ, ਤੁਹਾਨੂੰ ਤਾਂ ਪਤਾ ਨਾ ਵੀ ਰੌਲਾ ਚੱਲੀ ਜਾਂਦਾ, ਤੁਹਾਨੂੰ ਪਤਾ ਪਿਛਲੇ 15 ਸਾਲਾਂ ਤੋਂ ਕੁੜੀ ਖੱਜਲ ਖੁਆਰ ਹੋ ਰਹੀ ਆ, ਫਿਰ ਤੁਹਾਨੂੰ ਪਤਾ ਸੀ ਜਿਹੜੀ ਰੌਲੇ ਵਾਲੀ ਪ੍ਰੋਪਰਟੀ ਆ ਢਾਬਾ, ਫਿਰ ਤੁਸੀਂ ਇਹਦੇ ਵਿੱਚ ਲਿਆਈ ਕਿਉਂ? ਤਾਂ ਇਹ ਗੱਲਾਂ ਹੋ ਜਾਂਦੀਆਂ ਨੇ। ਆਪਾਂ ਸਾਰੇ ਕਿਸਾਨ ਆ, ਆਪਾਂ 10 ਦੀ ਕਿਰਤ ਕਰਦੇ ਆ, ਮਸਾਂ ਪੈਸੇ ਆਉਂਦੇ ਆ ਸਾਰਿਆਂ ਕੋਲ। ਜਦੋਂ ਆਪਾਂ ਕਿਤੇ ਲੱਖ ਰੁਪਇਆ ਲਾਉਣਾ, 50,000 ਲਾਉਣਾ, 2 ਲੱਖ ਲਾਉਣਾ, 5 ਲੱਖ ਲਾਉਣਾ, ਤਾਂ ਆਪਾਂ ਨੂੰ ਇਹ ਧਿਆਨ ਦੇਣਾ ਚਾਹੀਦਾ ਵੀ ਜਿਹੜੀ ਜਗ੍ਹਾ 'ਤੇ ਆਪਾਂ ਆਪਣੇ ਪੈਸੇ ਲਾ ਰਹੇ ਹਾਂ, ਕਿ ਉਹਦਾ ਕੋਈ ਡਿਸਪਿਊਟ ਤਾਂ ਨਹੀਂ, ਕਿ ਉਹਦਾ ਕੋਈ ਰੌਲਾ ਤਾਂ ਨਹੀਂ ਚੱਲਣਾ ਗਾ। ਹੁਣ ਅਸੀਂ ਜਿਹੜੇ ਬੰਦਿਆਂ ਨੇ ਢਾਬਾ ਠੇਕੇ 'ਤੇ ਲਿਆ, ਸਾਡੀ ਉਹਨਾਂ ਨਾਲ ਕੋਈ ਦੁਸ਼ਮਣੀ ਨਹੀਂ, ਅਸੀਂ ਉਹਨਾਂ ਦੇ ਨਾਲ ਆ। ਇਹ ਭਰਾ ਬੈਠੇ ਨੇ ਜਿਨ੍ਹਾਂ ਨੇ ਉਹਨਾਂ ਦੀ ਜਿਹੜੀ ਜ਼ਮੀਨ ਠੇਕੇ 'ਤੇ ਲਈ ਆ, ਸਾਡਾ ਉਹਦੇ ਨਾਲ ਵੀ ਕੋਈ ਰੌਲਾ ਨਹੀਂ, ਅਸੀਂ ਇਹਨਾਂ ਦੇ ਵੀ ਨਾਲ ਆ। ਬਟ ਜਦੋਂ ਆਪਾਂ ਕੋਈ ਡਿਸਪਿਊਟ ਵਾਲੀ ਚੀਜ਼ ਆ, ਕੋਈ ਚੀਜ਼ ਦੇ ਵਿੱਚ ਇਨਵੋਲਵਮੈਂਟ ਕਰਾਂਗੇ, ਤਾਂ ਉਹਦੇ ਵਿੱਚ ਫਿਰ ਕਈ ਵਾਰ ਰਿਜ਼ਲਟ ਨਹੀਂ ਚੰਗੇ ਨਿਕਲਦੇ। ਤਾਂ ਮੈਂ ਦੋਵਾਂ ਧਿਰਾਂ ਨੂੰ, ਢਾਬੇ ਵਾਲਿਆਂ ਨੂੰ ਮੈਂ ਇਹ ਬੇਨਤੀ ਕੀਤੀ ਸੀ
ਮੈਂ ਕਿਹਾ ਵੀ ਤੁਸੀਂ ਜਿਹੜੇ ਬੰਦੇ ਤੋਂ ਆਪਾਂ ਪ੍ਰੋਪਰਟੀ ਲਈ ਆ, ਜਿੱਥੇ ਆਪਾਂ ਪੈਸੇ ਲਾਏ ਨੇ, ਤੁਸੀਂ ਉਹਨੂੰ ਕਹਿ ਵੀ ਭਾਈ ਸਾਨੂੰ ਕਬਜ਼ਾ ਲੈ ਕੇ ਦੇ, ਕਿਉਂਕਿ ਅਸੀਂ 25 ਲੱਖ ਰੁਪਇਆ 30 ਜਿੰਨਾ ਵੀ ਕਹਿੰਦੇ ਨੇ ਲਾਇਆ, ਵੀ ਤੂੰ ਸਾਨੂੰ ਕਲੀਅਰ ਤਾਂ ਕਰ। ਵੀ ਜੇ ਉਹ ਨਹੀਂ ਕਰਦਾ ਤਾਂ ਤੁਸੀਂ ਕਾਨੂੰਨੀ ਕਾਰਵਾਈ ਉਹ 'ਤੇ ਕਰ ਦਿਓ ਵੀ ਭਾਈ ਤੂੰ ਰੌਲੇ ਵਾਲੀ ਚੀਜ਼ ਸਾਨੂੰ ਦੇਤੀ। ਪਰ ਜਿਹੜੇ ਇਹ ਭਰਾ ਨੇ, ਇਹਨਾਂ ਦਾ ਕੇਸ ਇਹ ਆ ਵੀ ਇਹ ਪਿਛਲੇ 4-5 ਸਾਲਾਂ ਤੋਂ ਹੀ ਉਹ ਜ਼ਮੀਨ ਵਾਹ ਰਹੇ ਆ। ਮਤਲਬ ਇਹ ਇਹਨਾਂ ਦਾ ਉਸ ਜ਼ਮੀਨ 'ਤੇ ਇਹਨਾਂ ਦਾ ਕਬਜ਼ੇ ਭਾਈ ਹਾਂ ਸਾਰੇ ਪਰਿਵਾਰ ਦੀ ਬਣੀ ਆ। ਤਾਂ ਇਹ ਪਹਿਲਾਂ ਹੀ ਇਹ ਵਾਹ ਰਹੇ ਨੇ ਪਿਛਲੇ 4 ਸਾਲਾਂ ਤੋਂ, 4-5 ਸਾਲਾਂ ਤੋਂ, ਜਿਹੜੇ ਉਹਦੇ ਭਾਈਆਂ ਦੀ ਗਾਹ ਪੈਣੀ ਆ। ਤਾਂ ਉਹਦੇ 'ਚ ਹੁਣ ਅਸੀਂ ਬੈਠ ਕੇ ਫੈਸਲਾ ਕੀਤਾ ਵੀ ਇਹਨਾਂ ਦਾ ਪੁਰਾਣਾ ਕਬਜ਼ਾ ਸੀਗਾ, ਤਾਂ ਜਿਹੜਾ ਇਹਨਾਂ ਵਾਲਾ ਰੌਲਾ ਆ ਉਹ ਬਾਅਦ 'ਚ ਆਇਆ। ਤਾਂ ਇੱਥੇ ਜਥੇਬੰਦੀ ਦੇ ਆਗੂ ਬੈਠੇ ਨੇ, ਗਰਾਹਾਂ ਦੇ ਢਾਬੇ ਦੇ ਮੂਹਰੇ ਮੈਨੂੰ ਲੱਗਦਾ ਪਹੁੰਚਦਾ ਜਥੇਬੰਦੀ ਬੈਠੀ ਆ, ਕਿ ਜਿੰਨਾ ਕੋਈ ਜ਼ਮੀਨ ਠੇਕੇ 'ਤੇ ਉਹ ਬੈਠੇ ਆ, ਮੈਂ ਵੀ ਇੱਥੇ ਬੈਠਾ। ਹੁਣ ਅਸੀਂ ਬੈਠ ਕੇ ਇਹ ਕੀਤਾ ਵੀ ਮੈਂ ਵੀ ਉਹਨਾਂ ਨਾਲ ਗੱਲ ਕਰੂੰਗਾ, ਜਿਨ੍ਹਾਂ ਨਾਲ ਕਰ ਸਕਦੇ ਹੋਏ ਇਹ ਵੀ ਗੱਲ ਕਰਨਗੇ। ਅਸੀਂ 5-7 ਬੰਦੇ ਇੱਕ ਦੋ ਦਿਨਾਂ ਤੱਕ ਇੱਕ ਜਗ੍ਹਾ 'ਤੇ ਬੈਠਾਂਗੇ, ਬੈਠ ਕੇ ਉਹਨਾਂ ਨੂੰ ਕਵਾਂਗੇ ਵੀ ਭਾਈ ਢਾਬਾ ਤੁਸੀਂ ਬਾਅਦ 'ਚ ਦਿੱਤਾ, ਢਾਬੇ 'ਤੇ ਤਾਂ ਉਹ ਧਰਨਾ ਲੱਗਦਾ, ਉਹਦਾ ਫੈਸਲਾ ਉਹਨਾਂ ਨੇ ਆਪ ਕਰਨਾ। ਪਰ ਜਿਹੜੀ ਜ਼ਮੀਨ ਆ, ਜ਼ਮੀਨ ਜੇ 4 ਸਾਲਾਂ ਤੋਂ ਪਹਿਲਾਂ ਇਹੀ ਵਾਰਿਆ, ਤਾਂ ਫਿਰ ਆਪਾਂ ਜਿਹੜੇ ਉਹ 6 ਕਿੱਲੇ ਰੋਕੇ ਹੋਏ ਨੇ, ਤੇ ਆਪਾਂ ਉਹ 6 ਕਿੱਲਿਆਂ ਦੇ ਵਿੱਚੋਂ ਜਿਹੜਾ ਇਹਦਾ ਬਣਦਾ ਹਿੱਸਾ ਹੈ ਉਹ ਇਹਨੂੰ ਜਾਂ ਤਾਂ ਠੇਕਾ ਦਵਾ ਦਈਏ ਉਹ ਬੰਦਿਆਂ ਤੋਂ ਜਿਨ੍ਹਾਂ ਨੂੰ ਇਹਨੇ ਪੈਸੇ ਦੇ ਦਿੱਤੇ, ਪੈਸੇ ਵਾਪਸ ਕਰਾ ਦਈਏ ਤਾਂ ਕਿ ਪੈਲੀ ਹੋਰ ਠੇਕੇ ਤੇ ਲੈ, ਜਾਂ ਜੇ ਸਾਡੀ ਇਹ ਸਹਿਮਤੀ ਬਣਦੀ ਹੋਈ ਵੀ ਉਹ ਜਿਹੜਾ ਕੁੜੀ ਦਾ ਪਰਿਵਾਰ ਆ ਜਾਂ ਉਹ ਜਥੇਬੰਦੀ ਜਿਹੜੀ ਯੂਨੀਅਨ ਦਬਾਉਂਦਾ ਉੱਥੇ ਬੈਠੀ ਆ, ਜੇ ਅਸੀਂ ਉਹਨਾਂ ਨਾਲ ਇਹ ਗੱਲ ਕਰਨ 'ਚ ਸਹਿਮਤ ਹੋ ਗਏ ਕਿ ਭਾਈ ਜਿਹੜੇ ਜ਼ਮੀਨ ਇਹਨੇ ਠੇਕੇ ਤੇ ਲਈ ਆ ਉਹ ਇਹਨੂੰ ਵਾਹੁਣ ਦਿੱਤੀ ਜਾਵੇ, ਤੁਸੀਂ ਢਾਬੇ 'ਤੇ ਜੋ ਤੁਹਾਡਾ ਧਰਨਾ, ਜੋ ਤੁਹਾਡੀ ਪਲਾਨ ਹੈਗਾ ਤੁਸੀਂ ਜਾਰੀ ਰੱਖੋ, ਜਾਂ ਜਿਹੜੇ ਰਵੀ ਦੇ 2 ਕਿੱਲੇ ਨੇ ਉਹ 'ਤੇ ਤੁਸੀਂ ਜੋ ਕੁਛ ਕਰ ਰਹੇ ਹੋ ਉਹ ਜਾਰੀ ਰੱਖੋ। ਪਰ ਜਿਹੜੇ ਮੁੰਡੇ ਨੇ ਠੇਕੇ ਤੇ ਲਏ ਆ, ਕਿਉਂਕਿ ਸਾਡਾ ਭਰਾ ਇਹਦੇ ਕਰਕੇ, ਤਾਂ ਫਿਰ ਅਸੀਂ ਇਸ ਗੱਲ 'ਤੇ ਉਹਨਾਂ ਨਾਲ ਬੈਠ ਕੇ ਵਿਚਾਰ ਕਰਾਂਗੇ। ਇਹ ਉਹ ਜਿੱਦਣ ਬੈਠਾਂਗੇ ਉਸ ਤੋਂ ਬਾਅਦ 'ਚ ਪਤਾ ਲੱਗੂਗਾ ਇਹਦਾ ਨਿਬੜਦਾ। ਮੇਰੇ ਸਾਹਿਬ, ਜਿਵੇਂ ਤੁਸੀਂ ਇੱਥੇ ਬੈਠੇ ਕਾਫੀ ਦਿਨਾਂ ਤੋਂ ਧਰਨਾ ਲਾਇਆ ਹੋਇਆ, ਜਿਹੜੀ ਉਹ ਗਲਤ ਵਰਤੀ ਹੋ ਰਹੀ ਹੈ, ਕੀ ਤੁਸੀਂ ਇਹ ਧਰਨਾ ਚੁਕਾਉਣ ਲਈ ਕੋਈ ਇਹਨਾਂ ਨਾਲ ਹੁਣ ਅਸ਼ਵਾਸਨ ਦਵਾ ਰਹੇ ਹੋ ਵੀ ਇਹ ਅੱਗੇ ਜਿਹੜੀ ਕਾਰਵਾਈ ਤੁਸੀਂ ਔਰ ਅਫਸਰਾਂ ਨਾਲ ਸਾਂਝੀ ਕਰਕੇ ਔਰ ਵੀ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਵੀ ਧਰਨਾ ਨਾ ਲਾਓ, ਪਰ ਜਿਹੜਾ ਬੰਦਾ ਧਰਨਾ ਲਾਉਂਦਾ ਮੈਨੂੰ ਇੱਥੋਂ ਤੱਕ ਲੱਗਦਾ ਵੀ ਉਹਦੀ ਵੀ ਕੋਈ ਮਜਬੂਰੀ ਹੋ ਜਾਂਦੀ ਹੈ, ਕਿਉਂਕਿ ਧਰਨਾ ਲਾਉਣਾ ਕੋਈ ਉਹ ਨਹੀਂ ਹੁੰਦਾ। ਅਸੀਂ ਤਾਂ ਆਪ ਪਹਿਲਾਂ ਬਹੁਤ ਧਰਨੇ ਲਾਉਂਦੇ ਰਹੇ ਹਾਂ, ਤਾਂ ਅਸੀਂ ਨਜਾਇਜ਼ ਕਿਤੇ ਨਹੀਂ ਸੀ ਬੈਠਦੇ। ਜਦੋਂ ਬਿਲਕੁਲ ਸਾਨੂੰ ਇਹ ਲੱਗਦਾ ਸੀ ਵੀ ਅੱਜ ਤਾਂ ਸਾਰਾ ਕੁਝ ਉਲਟ ਹੋ ਗਿਆ, ਤਾਂ ਉਦੋਂ ਫਿਰ ਬੰਦਾ ਧਰਨੇ 'ਤੇ ਬੈਠਦਾ। ਤਾਂ ਇਹਨਾਂ ਨੂੰ ਮੈਂ ਇਹੀ ਕਿਹਾ ਹੈ ਵੀ ਮੈਂ ਇਹਨਾਂ ਤੋਂ ਹੀ ਛੱਡੀ ਆ ਗੱਲ, ਕਿਉਂਕਿ ਸਾਰੇ ਜਾਣਕਾਰ ਨੇ, ਮੈਂ ਇਹਨਾਂ ਨੂੰ ਜਾਣਦਾ ਚੰਗੀ ਤਰ੍ਹਾਂ, ਇਹ ਮੇਰਾ ਸੁਭਾਅ ਜਾਣਦੇ ਨੇ। ਮੈਂ ਇਹਨਾਂ ਨੂੰ ਕਿਹਾ ਵੀ ਜਾਂ ਤਾਂ ਤੁਸੀਂ ਜੋ ਕੁਛ ਕਰਦਾ ਤੁਹਾਨੂੰ ਲੱਗਦਾ ਮੈਂ ਜਿੱਥੇ ਤੁਹਾਡੀ ਮਦਦ ਕਰ ਸਕਦਾ ਮੈਨੂੰ ਦੱਸ ਦਿਓ, ਮੈਂ ਉਵੇਂ ਹੀ ਜਿੱਥੇ ਕੋਲੇ ਬਹਿ ਕੇ ਫੋਨ ਕਰਾ ਲਿਓ, ਚਾਹੇ ਮੈਨੂੰ ਨਾਲ ਲੈ ਜਾਓ, ਕਾਰ ਬਿਠਾ ਕੇ ਜਿੱਥੇ ਮਰਜ਼ੀ ਲੈ ਜਾਓ, ਮੈਂ ਆਪ ਚੱਲੂਗਾ। ਜਿੱਥੇ ਤੁਹਾਨੂੰ ਲੱਗਦਾ ਵੀ ਮੈਂ ਕੁਛ ਕਰ ਸਕਦਾ ਤਾਂ ਮੈਂ ਉੱਥੇ ਕਰ ਦੂੰਗਾ। ਹਾਂ, ਅੱਜ ਦੇ ਵਾਸਤੇ ਤਹਿਸੀਲਦਾਰ ਸਾਹਿਬ ਨਾਲ ਮੇਰੀ ਗੱਲ ਹੋ ਗਈ ਆ, ਤੇ ਇਹ ਕਹਿੰਦੇ ਵੀ ਜੇ ਕੋਈ ਪੁਰਾਣਾ ਤਹਿਸੀਲਦਾਰ ਸੀ, ਜਿਹੜਾ ਨਾਇਬ ਤਹਿਸੀਲਦਾਰ, ਜੇ ਉਹ ਕਾਨੂੰਨਾਂ ਨੂੰ ਪਾਸੇ ਕਰਕੇ ਗਲਤ ਕੋਈ ਕਰ ਗਿਆ ਤਾਂ ਉਹਦੀ ਆਪਾਂ ਕੰਪਲੇਂਟ ਆ ਉਹ SDM ਸਾਹਿਬ ਨੂੰ ਦੇ ਸਕਦੇ ਆ। ਤਾਂ ਮੈਂ SDM ਸਾਹਿਬ ਨੂੰ ਫੋਨ ਵੀ ਕਰ ਦੂੰਗਾ, ਚੱਲ ਵੀ ਜਾਂਦਾ, ਕਹਿ ਵੀ ਜਾਂਦਾ ਵੀ ਜਿਹੜਾ ਤੁਸੀਂ ਪੂਰੀ ਸਥਿਤੀ ਵਾਚ ਕਰੋ ਜੀ, ਜੇ ਜਿਹੜੀ ਕੁਰਕੀ ਹੋਈ ਆ ਹੋਣੀ ਨਹੀਂ ਚਾਹੀਦੀ, ਇਹਨੂੰ ਆਪਾਂ ਰੋਕ ਸਕਦੇ ਸੀ ਤਾਂ ਰੋਕੀ ਕਿਉਂ ਨਹੀਂ ਗਈ। ਜੇ ਆ ਵੀ ਗਏ ਵੀ ਹਾਈ ਕੋਰਟ ਨੇ ਕਹਿ ਵੀ ਦਿੱਤਾ, ਕੋਰਟ ਨੇ ਕਹਿਤਾ ਕਿਸੇ ਨੇ, ਤਾਂ ਫਿਰ ਉਹਦਾ ਪੂਰਾ ਪ੍ਰੋਸੀਜਰ ਕਿਉਂ ਨਹੀਂ ਫੋਲੋ ਕੀਤਾ ਗਿਆ, ਤਾਂ ਕਿ ਜਿਹੜਾ ਪਰਿਵਾਰ ਉਹ ਆਪਦਾ ਪ੍ਰਬੰਧ ਕਰਦਾ, ਕੁਛ ਨਾ ਕੁਛ ਕਰਦਾ, ਜਾਂ ਇਹ ਜ਼ੋਰ ਲਾ ਸਕਦੇ ਇਹ ਲਾਉਂਦੇ, ਜਾਂ ਅਸੀਂ ਜ਼ੋਰ ਲਾ ਸਕਦੇ ਸੀ ਲਾਉਂਦੇ, ਪਰ ਸਾਨੂੰ ਮੌਕਾ ਹੀ ਨਹੀਂ ਦਿੱਤਾ ਗਿਆ। ਤਾਂ ਇੱਥੇ ਜਿੱਥੇ ਵੀ ਕਰਾਈਆਂ ਹੋਈਆਂ ਨੇ, ਗਲਤੀਆਂ ਹੋਈਆਂ ਨੇ, ਤਾਂ ਜਿਹੜੇ ਅਫਸਰ ਨੇ ਕੀਤੀਆਂ ਨੇ, ਅਸੀਂ ਉਹਦੇ ਖਿਲਾਫ SDM ਸਾਹਿਬ ਨੂੰ ਮੈਂ ਫੋਨ ਕਰ ਦੂੰਗਾ। ਜੇ ਹੋਰ ਉੱਪਰ ਕਹਿਣਾ ਪਿਆ ਮੈਂ ਉੱਪਰ ਕਹਿ ਦੂੰਗਾ, ਮੈਨੂੰ ਇਹ 'ਚ ਕੋਈ ਝਿਜਕ ਨਹੀਂ। ਡੇਵਿਡ ਸਾਹਿਬ, ਜਿਵੇਂ ਇਹਨਾਂ ਨੇ MLA ਸਾਹਿਬ ਸਾਰੀ ਗੱਲਬਾਤ ਦੱਸੀ ਹੈਗੀ ਹੈ, ਉਹਦੇ ਬਾਰੇ ਤੁਸੀਂ ਕੀ ਕਹੋ? ਅਸੀਂ ਤਾਂ ਦੇਖੋ ਪਹਿਲਾਂ ਤੋਂ ਲਾ ਕੇ ਸਾਨੂੰ ਸੰਘਰਸ਼ਾਂ 'ਤੇ ਉਮੀਦ ਹੈ, ਜੇ ਅੱਜ ਤੱਕ ਕੋਈ ਆਪਾਂ ਉਹਦਾ ਹੱਕ ਲਿਆ ਜਾਂ ਆਪਾਂ ਕਿਸੇ ਵਿਗੜੇ ਕੰਮ ਨੂੰ ਸਿੱਧਾ ਕੀਤਾ ਤਾਂ ਉਹ ਧਰਨਿਆਂ ਰਾਹੀਂ, ਮੁਜ਼ਾਹਰਿਆਂ ਰਾਹੀਂ, ਸੰਘਰਸ਼ਾਂ ਰਾਹੀਂ ਕੀਤਾ। ਇਸ ਕਰਕੇ ਅਸੀਂ ਇੱਥੇ ਮੋਰਚਾ ਲਾਇਆ ਪੱਕਾ, ਕਿਉਂਕਿ ਸਾਨੂੰ ਬੈਠਿਆਂ ਵੀ ਅਣਗੌਲੇ ਕਰਕੇ ਉਹ ਕਿਸੇ ਨਿੱਜੀ ਜਗ੍ਹਾ 'ਤੇ ਜਾ ਕੇ ਬਿਲਕੁਲ 100% ਗਲਤ ਤਰੀਕੇ ਨਾਲ ਉਹ ਨਿਲਾਮੀ ਕਰਕੇ ਜਾਣੀ ਉਹ ਕੋਰਟ ਦੇ ਵਿੱਚ ਭੇਜੀ ਹੈ। ਤੇ ਹੁਣ ਅਸੀਂ ਦੁਬਾਰਾ ਐਪਲੀਕੇਸ਼ਨ ਵੀ ਦਿੱਤੀ ਸੀ। ਐਪਲੀਕੇਸ਼ਨ ਮੁਤਾਬਕ ਉਹਨਾਂ ਨੇ ਇਹਨਾਂ ਤੋਂ ਜਦੋਂ ਜਵਾਬ ਮੰਗਿਆ, ਉਸੇ ਹੀ ਤਹਿਸੀਲਦਾਰ ਨੇ ਜਿਹਨੇ ਗਲਤ ਕੀਤਾ ਸੀ ਉਹਨੇ ਲਿਖ ਕੇ ਆਪਦੇ ਸੀਨੀਅਰ ਨੂੰ ਉਵੇਂ ਭੇਜਤਾ ਜੀ ਮੈਂ ਤਾਂ ਕੋਰਟ ਮੁਤਾਬਕ ਜੋ ਕੀਤਾ ਸਹੀ ਕੀਤਾ। ਉਹਨਾਂ ਨੇ ਦੁਬਾਰਾ ਸਾਨੂੰ ਹੁਣ ਤੱਕ ਨਹੀਂ ਸੁਣਿਆ, ਨਾ ਉਹਦੇ 'ਤੇ ਕੋਈ ਮੰਗਿਆ। ਇਹ 'ਤੇ ਅਸੀਂ ਉਹ ਦਰਖਾਸਤ ਵੀ ਦੇਣੀ ਹੈ ਕੋਰਟ ਦੇ ਵਿੱਚ ਵੀ, ਜੋ ਚੱਲਿਆ ਅਸੀਂ ਵਕੀਲਾਂ ਨਾਲ ਸਲਾਹ ਕਰ ਰਹੇ ਹਾਂ। ਆਉਣ ਵਾਲੇ ਸਮੇਂ 'ਚ ਮੰਗ ਕਰਾਂਗੇ ਵੀ ਜਿਹੜੇ ਵੀ ਕੋਈ ਦੋਸ਼ੀ ਨੇ, ਜਿਨ੍ਹਾਂ ਨੇ ਕਾਨੂੰਨ ਨੂੰ ਸਿੱਕੇ ਟੰਗ ਕੇ ਇਹ ਗਲਤ ਕੀਤਾ, ਉਸ ਕਿਸਾਨ ਨੂੰ ਬਰਬਾਦ ਕਰਨ ਦੀ ਜਾਣੀ ਇਹ ਨੀਤੀ ਘੜੀ ਹੈ। ਜੇ ਉਸ ਪਰਿਵਾਰ ਦਾ ਕੋਈ ਜੀ ਨੁਕਸਾਨਿਆ ਜਾਂਦਾ, ਡਿਪਰੈਸ਼ਨ 'ਚ ਨੇ ਸਾਰਾ ਪਰਿਵਾਰ, ਜੇ ਕੋਈ ਨੁਕਸਾਨ ਹੋਏਗਾ
ਉਹਦਾ ਉਹ ਸਾਰਾ ਪ੍ਰਸ਼ਾਸਨ ਵੀ ਜ਼ਿੰਮੇਵਾਰ ਹੋਊ ਜਿਨ੍ਹਾਂ ਨੇ ਗਲਤ ਕੀਤਾ, ਤੇ ਉਹ ਕਰਵਾਉਣ ਵਾਲਾ ਵੀ ਗਲਤ ਹੋਊਗਾ। ਇਸ ਕਰਕੇ ਅਸੀਂ ਤਾਂ ਐਮਐਲਏ ਸਾਹਿਬ ਦੇ ਵੀ ਧਿਆਨ 'ਚ ਲਿਆਂਦੇ। ਅੱਜ ਤਾਂ ਇਹ ਸੀਗੇ ਤਹਿਸੀਲ 'ਚ ਆਪਦਾ ਉਹ ਕੋਈ ਹੋਰ ਨਿੱਜੀ ਕੰਮ ਵਾਸਤੇ। ਅਸੀਂ ਜਦੋਂ ਇਹਨਾਂ ਨੂੰ ਮਿਲੇ ਆ ਤੇ ਅਸੀਂ ਕਿਹਾ ਵੀ 10 ਮਿੰਟ ਸਾਡੇ ਵਾਸਤੇ ਕੱਢੋ, ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਹੈ। ਇਸ ਕਰਕੇ ਸਾਨੂੰ ਕੋਈ ਝਿਜਕ ਨਹੀਂ, ਅਸੀਂ ਮੀਡੀਆ ਰਾਹੀਂ ਵੀ ਲਗਾਤਾਰ ਸਟੇਜਾਂ ਤੋਂ ਬੋਲ ਕੇ ਵੀ ਤੇ ਸਿੱਧੇ ਤੌਰ ਤੇ ਵੀ ਇਹਨਾਂ ਦੇ ਜੋ ਗੱਲ ਹੈ ਧਿਆਨ 'ਚ ਲਿਆਉਂਦੇ ਰਹਿੰਦੇ ਆ। ਤੇ ਵੈਸੇ ਵੀ ਇਹਨਾਂ ਨੇ ਦੱਸਿਆ ਵੀ ਜਿਹੜੇ ਦਿਨ ਤੋਂ ਤੁਸੀਂ ਬੈਠੇ ਆ ਸਾਡੇ ਹਰ ਗੱਲ ਧਿਆਨ 'ਚ ਹੈ। ਮੇਰੇ ਨਾਲੋਂ ਮੈਨੂੰ ਲੱਗਦਾ ਵੀ ਵੱਧ ਨੌਲੇਜ ਹੈ ਐਮਐਲਏ ਸਾਹਿਬ ਨੂੰ ਕਿਸੇ ਵੀ ਪ੍ਰੋਗਰਾਮ ਬਾਰੇ, ਕਿਉਂਕਿ ਹਲਕੇ ਦੇ ਜ਼ਿੰਮੇਵਾਰ ਨੇ, ਸਰਕਾਰ ਨੂੰ ਜਵਾਬਦੇਹ ਨੇ, ਆਪਣੀ ਪਾਰਟੀ ਨੂੰ ਜਵਾਬਦੇਹ ਨੇ ਵੀ ਇੱਥੇ ਕੀ ਹੋ ਰਿਹਾ। ਜਿਹੜਾ ਹੁਣ ਇਹਨਾਂ ਨੇ ਗੱਲਬਾਤ ਕੀਤੀ ਹੈਗੀ ਆ ਵੀ ਤਹਿਸੀਲਦਾਰ ਸਾਹਿਬ ਜਾਂ ਆਪਣੇ ਐਮਸੀ ਸਾਹਿਬ ਨਾਲ ਜਿਹੜੀ ਅਗਲੀ ਗੱਲ ਚੱਲਣੀ ਹੈਗੀ ਉਹ ਕੁਰਸੀ ਨੂੰ ਲੈ ਕੇ, ਕੀ ਤੁਸੀਂ ਇਹਨਾਂ ਗੱਲਾਂ ਨਾਲ ਹੁਣ ਸਹਿਮਤ ਹੈਗੇ ਆ ਵੀ ਕੀ ਧਰਨਾ ਕੁਝ ਸਮੇਂ ਲਈ ਉਠਾਇਆ ਜਾ ਸਕਦਾ ਜਾਂ ਲਗਾਤਾਰ ਚੱਲਦਾ ਰਹੇਗਾ? ਬੈਠੇ ਐਮਐਲਏ ਸਾਹਿਬ ਇਹਨਾਂ ਨੇ ਵਿਸ਼ਵਾਸ ਦਿਵਾਇਆ। ਤੂੰ ਸਾਨੂੰ ਲੋਕਾਂ ਤੇ ਭਰੋਸਾ ਵੱਧ ਹੈ ਵੀ ਜੇ ਜਿੱਥੇ ਸਾਥ ਦੇਣਗੇ ਵਧੀਆ ਗੱਲ ਹੈ, ਤੇ ਨਾ ਵੀ ਦੇਣਗੇ ਅਸੀਂ ਭਾਈ ਉੱਥੇ ਫਿਰ ਇਹਨੂੰ ਜ਼ਿਲ੍ਹੇ ਪੱਧਰਾ ਬਣਾ ਲਾਂਗੇ, ਸੂਬੇ ਪੱਧਰਾ ਬਣਾ ਲਾਂਗੇ। ਅਸੀਂ ਇਨਸਾਫ ਲੈ ਕੇ ਰਹਾਂਗੇ। ਉਹ ਇਹਨਾਂ ਦਾ ਜਿੰਨਾ ਬਣਦਾ ਇਹਨਾਂ ਨੇ ਕਿਹਾ ਵੀ ਵਿਸ਼ਵਾਸ ਦਿਵਾਉਣੇ ਆ। ਆਉਣ ਵਾਲੇ ਸਮੇਂ 'ਚ ਪਤਾ ਲੱਗ ਜੂ ਵੀ ਆਪਣੇ ਨਾਲ ਐਮਐਲਏ ਖੜ੍ਹਦੇ ਆ ਜਾਂ ਉਹ ਗਰੀਬ ਕਿਸਾਨ ਦੇ ਹੱਕ 'ਚ ਖੜ੍ਹਦੇ ਆ, ਉਹਨਾਂ ਦਾ ਘਰ ਬਚਾਉਣ ਵਾਸਤੇ ਕਿੰਨੀ ਲੜਾਈ ਲੜਦੇ ਆ। ਕਿਉਂਕਿ ਸਰਕਾਰ ਤਾਂ ਬਣੀ ਹੋਈ ਆਮ ਲੋਕਾਂ ਦੀ ਕਹਿ ਕੇ ਬਣੀ ਆ, ਪਾਰਟੀ ਦਾ ਨਾਮ ਹੀ ਆਮ ਆਦਮੀ ਧਰਿਆ ਗਿਆ। ਇਸ ਕਰਕੇ ਬਹੁਤ ਸਾਰੇ ਫਰਕ ਹਜੇ ਰਹਿੰਦੇ ਨੇ। ਜਿੰਨੀਆਂ ਲੋਕਾਂ ਨੂੰ ਆਸਾਂ ਸੀ, ਜਿੰਨਾ ਵੱਡਾ ਐਂ ਲੱਗਦਾ ਸੀ ਬਦਲਾਅ ਆਉਣਾ ਚਾਹੀਦਾ, ਉੱਥੇ ਹਜੇ ਫਰਕ ਹੈ। ਕਿਉਂਕਿ ਇਹ ਸਰਕਾਰ 'ਚ ਹੀ ਆਹ ਜਿਹੜਾ ਨਜਾਇਜ਼ ਹੋਇਆ, ਇਹ ਤੇ ਸਾਨੂੰ ਬਿਲਾ ਵੀ ਹੈ ਵੀ ਸਰਕਾਰ ਨੇ ਜੇ ਕਰਨਾ ਸੀ ਜਾਂ ਕੋਈ ਇਸ ਤਰ੍ਹਾਂ ਦਾ ਤਹਿਸੀਲਦਾਰ ਇਸ ਸਰਕਾਰ ਦੇ ਵਿੱਚ ਬੈਠਾ ਕੰਮ ਕਰ ਰਿਹਾ ਹੈ, ਉਹ 'ਤੇ ਚਲੋ ਜੋ ਬਣਦੀ ਆ ਇਹਨਾਂ ਨੇ ਭਰੋਸਾ ਦਿਵਾਇਆ ਵੀ ਕਾਰਵਾਈ ਕਰਦੇ ਆ। ਆਉਣ ਵਾਲੇ ਸਮੇਂ 'ਚ ਰਿਜ਼ਲਟ ਆ ਜਾਣਾ ਚਾਹੀਦਾ। ਐਮਐਲਏ ਸਾਹਿਬ ਹੁਣ ਇਹਨਾਂ ਦੀ ਗੱਲਬਾਤ ਸੁਣ ਲਈ ਆ, ਤੁਸੀਂ ਲਾਸਟ 2 ਸ਼ਬਦਾਂ 'ਚ ਗੱਲ। ਮੈਂ ਤਾਂ ਇਹਨਾਂ ਦੇ ਨਾਲ ਆ, ਜਿੱਥੇ ਸੱਚ ਦੇ ਨਾਲ ਖੜੇ ਆ, ਝੂਠ ਦੇ ਵਿਰੁੱਧ ਖੜੇ ਆ। ਨਾ ਵੈਸੇ ਕਿਸੇ ਦੀ ਪਰਵਾਹ, ਜਿੱਥੇ ਬੋਲਦੇ ਆ ਇਹਨਾਂ ਨੂੰ ਵੀ ਆ ਕੇ ਬੈਠੇ ਆ। ਜਿਹੜੀਆਂ ਗੱਲਾਂ ਦਿਲ 'ਚ ਨੇ, ਜਿਹੜੀਆਂ ਸੱਚ ਨੇ, ਜਿਹੜੀਆਂ ਕਰ ਸਕਦੇ ਆ ਉਹ ਕਹਿਦੀਆਂ। ਬਾਕੀ ਜਿੱਥੇ ਮੈਂ ਜਾਂਦਾ ਹੁੰਦਾ ਮੈਂ ਬੇਨਤੀ ਇਹੀ ਕਰਦਾ ਹੁੰਦਾ ਵੀ ਧਰਨਾ ਨਾ ਹੀ ਲੱਗੇ। ਪਹਿਲੀ ਗੱਲ ਤਾਂ ਸਾਰੇ ਐਮਐਲਏ ਨੂੰ ਹੁੰਦੇ ਮੇਰੇ ਹਲਕੇ 'ਚ ਧਰਨਾ ਨਾ ਲੱਗੇ। ਜੇ ਲੱਗਦਾ ਤਾਂ ਕਿਸੇ ਵੈਲਿਡ ਰੀਜ਼ਨ 'ਤੇ ਲੱਗਦਾ, ਉੱਥੇ ਫਿਰ ਅਸੀਂ ਜਾਂਦੇ ਹਾਂ, ਉਹਨੂੰ ਵਿਸ਼ਵਾਸ ਨਹੀਂ ਭਾਈ ਤੁਹਾਡੇ ਨਾਲ ਖੜੇ ਹਾਂ। ਤਾਂ ਮੈਂ ਤਾਂ ਇਹਨਾਂ ਦੇ ਨਾਲ ਖੜਾ, ਜਿੱਥੇ ਮੈਨੂੰ ਮਰਜ਼ੀ ਲੈ ਜਾਣ ਆਪਾਂ ਨਾਲ ਕਰਾਂਗੇ। ਬਹੁਤ ਧੰਨਵਾਦ ਜੀ। ਦੋਸਤੋ ਠੀਕ ਹੈ ਜੀ, ਐਮਐਲਏ ਸਾਹਿਬ ਨੇ ਵਿਸ਼ਵਾਸ ਦਿਵਾ ਦਿੱਤਾ ਹੈਗਾ। ਖਾਸ ਕਰਕੇ ਜਿਹੜੀ ਜ਼ਮੀਨ ਦੀ ਭਰਕੀ ਦੀ ਗੱਲ ਸੀ, ਉਹਦੇ ਸਮਾਂ ਜਿਹੜਾ ਪਿੱਛੇ ਕੋਈ ਅਧਿਕਾਰੀ ਕਰਕੇ ਗਏ ਸੀਗੇ, ਉਹਨਾਂ ਦੇ ਖਿਲਾਫ ਕੰਪਲੇਂਟ ਪਾਉਣ ਦੀ ਗੱਲ ਇਹਨਾਂ ਨੇ ਕੀਤੀ ਹੈਗੀ ਹੈ। ਆਉਣ ਵਾਲੇ ਦਿਨ ਦੀ ਗੱਲ ਹੈਗੀ ਆ ਵੀ ਜਿਹੜਾ ਇਹ ਮਸਲਾ ਕਿਸ ਤਰ੍ਹਾਂ ਹੱਲ ਹੁੰਦਾ ਹੈ। ਜਿਹੜਾ ਢਾਬੇ ਦਾ ਮਸਲਾ ਸੀ ਉਹਦੀ ਮੀਟਿੰਗ ਕਰਨ ਦਾ ਵੀ ਇਹਨਾਂ ਨੇ ਇੱਕ ਵਿਸ਼ਵਾਸ ਦਾ ਵੀ ਮੀਟਿੰਗ ਕਰਕੇ ਤੇ ਉਸ ਤੋਂ ਬਾਅਦ ਅਗਲੀ ਕਾਰਵਾਈ ਜਿਹੜੀ ਕੀਤੀ ਜਾਊਗੀ। ਮੈਂ ਉਮੀਦ ਕਰਦਾ ਤੁਸੀਂ ਸਾਡੀ ਇਸ ਗੱਲ ਨੂੰ ਸ਼ੇਅਰ ਵੀ ਕਰੋਗੇ ਤੇ ਫੋਲੋ ਵੀ ਕਰੋਗੇ। ਮੇਰੇ ਸਾਥੀ ਜਗਤਾਰ ਸਿੰਘ ਸਰਾਂ ਦੇ ਨਾਲ ਮੈਂ ਕੈਮਰਾਮੈਨ ਮਨੋਜ ਸਿੰਘ ਸਮਾਲ ਸਾਹਿਬ।